ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਮੀਤ ਸਿੰਘ ਤੁਹਾਡੇ ਸਾਹਮਣੇ ਇੱਕ ਵਾਰੀ ਅੱਜ ਫੇਰ ਹਾਜ਼ਰ ਹਾਂ। ਆਓ ਫ੍ਰੈਂਚ ਸਿੱਖੀ ਦਾ ਨਵਾਂ ਪਾਠ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਨੰਬਰਾਂ ਦੀ। ਨੰਬਰਾਂ ਦੀ ਜ਼ਰੂਰਤ ਆਪਾਂ ਨੂੰ ਕਿੱਥੇ ਕਿੱਥੇ ਪੈ ਸਕਦੀ ਹੈ। ਆਪਾਂ ਸੁਪਰਮਾਰਕੀਟ ਤੋਂ ਜਦੋਂ ਸਮਾਨ ਲੈਂਦੇ ਹਾਂ, ਆਪਾਂ ਕਿਸੇ ਚੀਜ਼ ਦਾ ਰੇਟ ਪਤਾ ਕਰਨਾ ਹੈ, ਕਿਸੇ ਵਿਅਕਤੀ ਨਾਲ ਹਿਸਾਬ ਕਿਤਾਬ ਕਰਨਾ ਹੈ, ਉਹਦੇ ਵਾਸਤੇ ਆਪਾਂ ਨੂੰ ਨੰਬਰਸ ਆਉਣੇ ਬਹੁਤ ਜ਼ਰੂਰੀ ਨੇ। ਤੇ ਆਓ ਅੱਜ ਦਾ ਪਾਠ ਸ਼ੁਰੂ ਕਰਦੇ ਹਾਂ। ਆਓ ਫ੍ਰੈਂਚ ਸਿੱਖੀਏ। ਅੱਜ ਆਪਾਂ ਸਿੱਖਾਂਗੇ ਨੰਬਰਸ, ਜਿਨ੍ਹਾਂ ਨੂੰ ਆਪਾਂ ਫ੍ਰੈਂਚ 'ਚ ਕਹਿੰਦੇ ਹਾਂ les nombres। les nombres। ਲੈਸਨ ਪਾਠ ਸਟਾਰਟ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਣੀ ਚਾਹੂੰਗਾ ਕਿ ਜਦੋਂ ਆਪਾਂ ਨੰਬਰ ਸਿੱਖਾਂਗੇ, ਦੋ ਚੀਜ਼ਾਂ ਦਾ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਹੈ। ਪਹਿਲੀ ਗੱਲ, ਨੰਬਰ ਯਾਦ ਕਰਨਾ, ਇੱਕ ਯਾਦਾਸ਼ਤ 'ਚ ਬਿਠਾਉਣਾ, ਇਹ ਇੱਕ ਚੀਜ਼ ਹੈ। ਆਪਾਂ ਨੂੰ ਗਿਣਤੀ ਆ ਸਕਦੀ ਹੈ 0 ਤੋਂ ਲੈ ਕੇ 100 ਤੱਕ, 1000 ਤੱਕ, ਜਿੰਨੀ ਮਰਜ਼ੀ ਆਪਾਂ ਸਿੱਖ ਸਕਦੇ ਹਾਂ। ਤੇ ਦੂਜੀ ਗੱਲ ਹੈ ਉਸ ਦਾ ਇਸਤੇਮਾਲ ਕਿਵੇਂ ਕਰਨਾ ਹੈ, ਉਹਦੀ ਵਰਤੋਂ ਕਿਵੇਂ ਕਰਨੀ ਹੈ। ਤੇ ਦੋਨਾਂ ਚੀਜ਼ਾਂ ਕਨੀ ਧਿਆਨ ਦੇਣਾ ਹੈ। ਬਹੁਤ ਵਾਰੀ ਸਟੂਡੈਂਟਸ ਕੀ ਕਰਦੇ ਨੇ ਕਿ ਸਿਰਫ ਯਾਦ ਕਰ ਲੈਂਦੇ ਨੇ ਨੰਬਰ, ਪਰ ਉਹਨਾਂ ਨੰਬਰਾਂ ਦੀ ਵਰਤੋਂ ਕਿਵੇਂ ਕਰਨੀ ਹੈ, ਉਹਨਾਂ ਨੂੰ ਆਪਣੀ ਰੋਜ਼ਾਨਾ ਭਾਸ਼ਾ 'ਚ ਕਿਵੇਂ ਇਨਕਲੂਡ ਕਰਨਾ ਹੈ, ਆਪਾਂ ਉਹ ਨਹੀਂ ਸਿੱਖਦੇ। ਤੇ ਇਸ ਵੀਡੀਓ ਦੇ ਰਾਹੀਂ ਆਪਾਂ ਦੋਨੋਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਨੰਬਰਸ, ਇਹਨਾਂ ਨੂੰ ਕਿਵੇਂ ਯਾਦ ਕਰਨਾ ਹੈ ਤੇ ਇਹਨਾਂ ਨੂੰ ਕਿਵੇਂ ਫਿਰ ਇਸਤੇਮਾਲ ਕਰਨਾ ਹੈ, ਵਰਤੋਂ ਕਿਵੇਂ ਕਰਨੀ ਹੈ ਇਹਨਾਂ ਦੀ, ਆਪਾਂ ਕੋਸ਼ਿਸ਼ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਨੰਬਰ ਵੇਖਾਂਗੇ 0 ਤੋਂ 20 ਤੱਕ, 0 ਤੋਂ 20 ਤੱਕ, ਤੇ ਉਸ ਤੋਂ ਬਾਅਦ 21 ਤੋਂ ਲੈ ਕੇ 59 ਤੱਕ, 21 ਤੋਂ ਲੈ ਕੇ 69 ਤੱਕ। ਆइए ਆਪਾਂ ਸ਼ੁਰੂ ਕਰਦੇ ਹਾਂ। 0 ਨੂੰ ਕਹਿੰਦੇ ਨੇ 0, 0, 1। ਮੈਂ ਚਾਹੂੰਗਾ ਕਿ ਤੁਸੀਂ ਮੇਰੇ ਨਾਲ ਰਿਪੀਟ ਕਰੋ। 0, 0, 1 मतलब 1, 1 मतलब 1, 2, 2 मतलब 2, 3, 3, 3 मतलब 3, 4, 4, 4 मतलब 4, 5, 5, 5, 5 मतलब 5, 6, 6, 6, 6 मतलब 6, 7, 7, 7 मतलब 7, 8, 8, 8 मतलब 8, 9, 9, 9, 9 मतलब 9, ਤੇ 10, 10, 10, 10। ਹੁਣ ਇੱਕ ਵਾਰੀ ਆਪਾਂ ਸਿਰਫ 0 ਤੋਂ 10 ਤਾਈਂ ਇੱਕ ਵਾਰੀ ਰਿਪੀਟ ਕਰਦੇ ਹਾਂ। ਮੈਂ ਬੋਲੂੰਗਾ, ਤੁਸੀਂ ਮੇਰੇ ਨਾਲ ਨਾਲ ਰਿਪੀਟ ਕਰਨਾ ਪਲੀਜ਼। 0, 1, 2, 3, 4, 5, 6, 7, 8, 9, 10। ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਪਹਿਲਾਂ ਇਹਨਾਂ ਨੰਬਰਸ ਨੂੰ ਅੱਛੀ ਤਰ੍ਹਾਂ ਜ਼ਿਹਨ ਵਿੱਚ ਬਿਠਾ ਲਓ ਤੇ ਫਿਰ ਅੱਗੇ ਜਾਣਾ। ਬਟ ਮੈਂ ਕੰਟੀਨਿਊ ਕਰ ਰਿਹਾ ਹਾਂ। ਜੇ ਤੁਸੀਂ ਚਾਹੋ ਤਾਂ ਤੁਸੀਂ ਰਿਵਾਈਂਡ ਕਰਕੇ ਦੁਬਾਰਾ ਸੁਣ ਸਕਦੇ ਹੋ। ਅੱਗੇ ਵਧਦੇ ਹਾਂ। 11 ਨੂੰ ਆਪਾਂ ਫ੍ਰੈਂਚ 'ਚ ਕਹਿੰਦੇ ਹਾਂ 11, 11, 11, 11, 11, 12, 12, 12, 12, 12, 13, 13, 13, 14, 14, 14, 14, 15, 15, 15, 15, 16, 16,
16 16 ਤੇ 17 18 19 ਬਹੁਤ ਸੌਖੇ ਨੇ, ਤੁਸੀਂ ਦੇ ਸਕਦੇ ਹੋ। 17 10 ਜਮਾ 7 17, 10 ਹੁੰਦਾ ਹੈ 10, 7 ਹੁੰਦਾ ਹੈ 7, ਤਾਂ ਕਰਕੇ 17 ਹੈ 17 17, 18 है 18 18, उसी तरह 10 10 9 9, 19 है 19 ਤੇ ਉਸ ਤੋਂ ਬਾਅਦ 20। ਇੱਕ ਵਾਰੀ ਫੇਰ ਰਿਪੀਟ ਕਰ ਲੈਣਾ 0 ਤੋਂ ਲੈ ਕੇ 20 ਤੱਕ। 0 1 2 3 4 5 6 7 8 9 10 11 12 13 14 15 16 17 18 19 20। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੋਈ ਐਸ ਸੱਚ ਲੌਜਿਕ ਨਹੀਂ ਹੈਗਾ ਵੀ ਆਪਾਂ ਜਿਵੇਂ ਆਪਾਂ ਪੰਜਾਬੀ 'ਚ 2 ਨੂੰ 2 ਕਿਉਂ ਕਹਿੰਦੇ ਹਾਂ ਜਾਂ 5 ਨੂੰ 5 ਕਿਉਂ ਕਹਿੰਦੇ ਹਾਂ, ਇਹ ਇਸੇ ਤਰ੍ਹਾਂ ਹੀ ਹੈ ਤੇ ਆਪਾਂ ਨੂੰ ਬਸ ਯਾਦ ਕਰਨਾ ਹੈ। ਜਦੋਂ ਆਪਾਂ 20 ਤੋਂ ਅੱਗੇ ਵੱਧਦੇ ਹਾਂ ਉਦੋਂ ਆਪਾਂ ਇੱਕ ਦੋ ਚੀਜ਼ਾਂ ਲੌਜੀਕਲੀ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਆਪਾਂ ਦੇਖ ਸਕਦੇ ਹਾਂ ਵੀ ਬਾਕੀ ਨੰਬਰ ਇਹਨਾਂ ਨੰਬਰਾਂ ਦੇ ਰਾਹੀਂ ਕਿਵੇਂ ਬਣਦੇ ਨੇ। ਤਾਂ ਆਓ ਅੱਗੇ ਵਧੀਏ। ਹੁਣ ਆਪਾਂ ਦੇਖਾਂਗੇ 21 ਨੂੰ। ਨੰਬਰ 21 ਫ੍ਰੈਂਚ 'ਚ ਜਿੰਨੇ ਵੀ ਨੇ 21 31 41 41 51 ਇਹ ਸਾਰੇ ਨੰਬਰ ਇੱਕੋ ਹੀ ਰੂਲ ਦੇ ਮੁਤਾਬਿਕ ਇੱਕੋ ਹੀ ਨਿਯਮ ਦੇ ਮੁਤਾਬਿਕ ਬਣਦੇ ਨੇ। ਆਪਾਂ ਉਸ ਨਿਯਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। 21 ਦਾ ਮਤਲਬ ਹੈ 20 ਤੇ 1। 21 ਦਾ ਮਤਲਬ ਸਾਫ਼ ਹੈ 20 ਤੇ 1। ਤੇ ਇਹ ਜੋ ਸ਼ਬਦ ਹੈ ਅਤੇ ਜਿਹਨੂੰ ਮੈਂ ਤੇ ਲਿਖਿਆ ਹੋਇਆ ਹੈ ਉਹਨੂੰ ਫ੍ਰੈਂਚ 'ਚ ਕਹਿੰਦੇ ਨੇ ਏ। ਤਾਂ ਕਰਕੇ 20 ਹੁੰਦਾ ਹੈ 20 ਤੇ ਏ ਤੇ 1 ਹੁੰਦਾ ਹੈ 1 21। 21 ਨੂੰ ਆਪਾਂ ਕਹਿੰਦੇ ਹਾਂ 21। ਉਸੇ ਤਰ੍ਹਾਂ 30 ਹੁੰਦਾ ਹੈ 30 30 30 ਤੇ ਤੁਸੀਂ ਸੋਚ ਸਕਦੇ ਹੋ 31 ਕੀ ਹੋਵੇਗਾ। 30 ਅਤੇ 1 31 30 et 1। ਉਸੇ ਤਰ੍ਹਾਂ 40 ਹੁੰਦਾ ਹੈ 40। ਰਿਪੀਟ ਕਰੋ ਤੁਸੀਂ ਮੇਰੇ ਨਾਲ 40 40 40 ਤੇ 41 ਹੋਏਗਾ 41 40 et 1। ਬਿਲਕੁਲ ਕੋਈ ਮੁਸ਼ਕਿਲ ਨਹੀਂ ਹੈ। ਅੱਗੇ ਵੱਧਦੇ ਹਾਂ। 50 ਨੂੰ ਫ੍ਰੈਂਚ ਵਿੱਚ ਆਪਾਂ ਕਹਿੰਦੇ ਹਾਂ 50 50 5 5 50 50 50 ਤੇ ਉਸੇ ਨਿਯਮ ਦੇ ਮੁਤਾਬਿਕ 51 ਹੋਏਗਾ 51 50 et 1। ਅੱਗੇ ਚੱਲਦੇ ਹਾਂ। 60 60 ਨੂੰ ਆਪਾਂ ਕਹਿੰਦੇ ਹਾਂ 60 60 60 60 60 60 ਤੇ ਉਸੇ ਨਿਯਮ ਦੇ ਮੁਤਾਬਿਕ 61 ਹੋਏਗਾ 60 ਅਤੇ 1 et 1 61 61 61। ਅੱਗੇ ਵੱਧਦੇ ਹਾਂ। ਆਪਾਂ ਹੁਣ ਗਿਣਤੀ ਵੇਖਾਂਗੇ 20 ਤੋਂ ਲੈ ਕੇ 69 ਤੱਕ। 20 21 ਤੇ ਬਾਕੀ ਜਿੰਨੇ ਵੀ ਨੇ 22 23 24 25 26 27 28 29 ਉਹਨਾਂ ਵਿੱਚ ਕੁਛ ਨਹੀਂ ਕਰਨਾ, ਬਸ ਉਹਨਾਂ ਨੂੰ ਜੋੜ ਦੇਣਾ ਹੈ।
किमें जोड़ देना है, बाई दा मतलब 20 जमा 2। बिल्कुल जी। ਤੇ ਇਸ ਜੋ ਜਮਾ ਦਾ ਨਿਸ਼ਾਨ ਹੈ ਉਹਨੂੰ ਆਪਾਂ ਰਿਟਨ ਚ ਦਿਖਾਵਾਂਗੇ ਹਾਈਫਨ ਨਾਲ, ਜਿਹਨੂੰ ਫ੍ਰੈਂਚ ਚ ਆਪਾਂ ਕਹਿ ਸਕਦੇ ਹਾਂ trait d'union, ਇੰਗਲਿਸ਼ ਚ ਹਾਈਫਨ। ਤੇ ਆਪਾਂ ਸਿੰਪਲੀ ਲਿਖ ਸਕਦੇ ਹਾਂ 22, ਉਚਾਰਨ 22, 22, 22। ਅਗਲਾ ਨੰਬਰ 23, 23, 23। ਉਸ ਤੋਂ ਬਾਅਦ 24, 24, 24। ਉਸ ਤੋਂ ਬਾਅਦ ਤੁਸੀਂ ਦੱਸੋ ਮੈਨੂੰ 20 ਮਤਲਬ 20, 5 ਹੁੰਦਾ ਹੈ 5 ਤਾਂ 25, 25, 25, 26। अगला नंबर 27, 27। उस तो अगला नंबर 28, 28, 28। ते उस नियम का पालन करदे 29 होएगा 29, 29, 29। 30 ਤੇ 31 ਆਪਾਂ ਆਲਰੇਡੀ ਸਿੱਖ ਚੁੱਕੇ ਹਾਂ। 30, 31। ਉਸੇ ਤਰ੍ਹਾਂ ਬਿਲਕੁਲ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਆਪਾਂ ਨੂੰ 32 ਤੋਂ ਲੈ ਕੇ 29 ਤੱਕ ਨੰਬਰ ਸਿੱਖਣ ਲਈ ਆਪਾਂ ਸਿਰਫ ਇੱਕ ਹਾਈਫਨ ਜੋੜਨਾ ਹੈ 32, 32, 32, 33, 34, 35, 36, 37, 38 ਅਤੇ 39। 39, 39। ਉਸੇ ਤਰ੍ਹਾਂ 40 ਅਤੇ 41 ਆਪਾਂ ਸਿੱਖ ਚੁੱਕੇ ਹਾਂ 40 ਤੇ 41। ਤੇ ਉਸੇ ਤਰ੍ਹਾਂ ਮੈਂ ਸਾਰੇ ਨੰਬਰਸ ਨਹੀਂ ਲਿਖੂੰਗਾ, ਮੈਂ ਚਾਹੂੰਗਾ ਕਿ ਤੁਸੀਂ ਉਹਨਾਂ ਨੂੰ ਆਪ ਲਿਖੋ ਆਪਣੀ ਕਾਪੀ ਵਿੱਚ। ਤੇ ਮੈਂ ਤੁਹਾਡੇ ਲਈ ਪਹਿਲੇ ਤੋਂ ਲਿਖ ਦਿੰਦਾ ਹਾਂ 42, 42, 42। ਉਸ ਤੋਂ ਬਾਅਦ 43, 43, 44, 44, 45, 45, 46, 47, 48, 49 et 50. 51, 52, 50 et 2, 52, 52, 53, 53, 54, 55, 56, 57, 58, 59 et 60. 61, ਉਸ ਤੋਂ ਮੁੜ ਕੇ ਆਪਾਂ ਨੂੰ ਪਤਾ ਹੈ 60 ਜਮਾ 2, ਵਾਪਸ ਵੇਖ ਲੈਣੇ ਆਪਾਂ ਆਪਣਾ ਨਿਯਮ 60 ਜਮਾ 2 62, 62, 62, 63, 64, 65, 66, 67, 68, 69, 69, 69। ਤੇ ਇਹ ਆਪਾਂ ਨੰਬਰ ਸਿੱਖ ਚੁੱਕੇ ਹਾਂ
इस पॉइंट तक, शुरू तो लेके 69 तक, 69 तक, 69 तक। ਤੇ ਹੁਣੇ ਆਪਾਂ ਸਿੱਖਾਂਗੇ ਇਹਨਾਂ ਦਾ ਯੂਜ਼ਾਜ ਮਤਲਬ ਵਰਤੋਂ। ਇਹਨਾਂ ਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ, ਇਸਤੇਮਾਲ ਕਿਵੇਂ ਕਰਨਾ ਹੈ। ਉਹਦੇ ਲਈ ਇੱਕ ਦੋ ਨਵੇਂ ਸ਼ਬਦ ਆਪਾਂ ਸਿੱਖਾਂਗੇ। ਜੋ ਸਭ ਤੋਂ ਜ਼ਰੂਰੀ ਸ਼ਬਦ ਹੈ ਉਹ ਹੈ combien de। ਜਿਵੇਂ ਆਪਾਂ ਪੰਜਾਬੀ 'ਚ ਪੁੱਛਦੇ ਹਾਂ ਕਿੰਨਾ ਜਾਂ ਕਿੰਨੇ, ਉਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਿੰਨੇ, ਫ੍ਰੈਂਚ 'ਚ ਕਹਾਂਗੇ combien de, combien de। ਤੇ ਹੋਣਾ ਜੋ ਆਪਾਂ क्रिया यूज़ करते हैं ਪੰਜਾਬੀ 'ਚ ਹੈ, ਹੈਗੇ ਨੇ, ਹੋਣਾ, ਉਹ ਫ੍ਰੈਂਚ 'ਚ ਆਪਾਂ यूज़ ਕਰਦੇ ਹਾਂ, ਉਹਨੂੰ ਕਹਿੰਦੇ ਹਾਂ il y a, il y a। ਤਾਂ ਕਰਕੇ ਆਪਣਾ ਜੋ ਪੂਰਾ ਪ੍ਰਸ਼ਨ ਬਣਦਾ ਹੈ ਉਹ ਆਪਾਂ ਕਹਿ ਸਕਦੇ ਹਾਂ il y a combien de, ਜੋ ਵੀ ਤੁਸੀਂ ਚੀਜ਼ ਬਾਰੇ ਪੁੱਛਣਾ ਹੋਵੇ। ਮੰਨ ਲਓ ਤੁਸੀਂ ਪੁੱਛਣਾ ਹੈ ਵੀ ਕਲਾਸ ਦੇ ਅੰਦਰ ਸਟੂਡੈਂਟਸ ਕਿੰਨੇ ਨੇ, ਕਲਾਸ ਦੇ ਅੰਦਰ ਸਟੂਡੈਂਟਸ ਕਿੰਨੇ ਨੇ। ਸਟੂਡੈਂਟਸ ਨੂੰ ਫ੍ਰੈਂਚ 'ਚ ਕਹਿੰਦੇ ਹਾਂ ਆਪਾਂ étudiant। स्टूडेंट ਨੂੰ ਆਪਾਂ ਕਹਿੰਦੇ ਹਾਂ étudiant, étudiant। ਤੇ ਕਲਾਸ ਦੇ ਅੰਦਰ dans la classe, dans la classe, dans la classe। ਤੇ ਜੋ ਆਪਣਾ ਪੂਰਾ ਜੋ ਆਪਣਾ ਸਵਾਲ ਜੋ ਆਪਾਂ ਬਣਾ ਸਕਦੇ ਹਾਂ ਉਹ ਹੋਏਗਾ il y a combien d'étudiants dans la classe। क्लास 'ਚ ਕਿੰਨੇ ਬੱਚੇ ਨੇ, il y a combien d'étudiants dans la classe। ਉਸੇ ਤਰ੍ਹਾਂ ਇੱਕ ਹੋਰ ਉਦਾਹਰਨ ਲੈਣ ਦੀ ਕੋਸ਼ਿਸ਼ ਕਰਦੇ ਹਾਂ il y a combien ਦੇ ਨਾਲ। ਜੇ ਤੁਸੀਂ ਕਿਸੇ ਤੋਂ ਪੁੱਛਣਾ ਹੈ, ਮੰਨ ਲਓ ਪਾਰਕਿੰਗ 'ਚ ਕਿੰਨੀਆਂ ਕਾਰਾਂ ਖੜੀਆਂ ਨੇ, ਪਾਰਕਿੰਗ ਵਿੱਚ ਕਿੰਨੀਆਂ ਕਾਰਾਂ ਖੜੀਆਂ ਨੇ, ਤਾਂ ਕਾਰ ਨੂੰ ਆਪਾਂ ਫ੍ਰੈਂਚ 'ਚ ਕਹਿੰਦੇ ਹਾਂ voiture, voiture। क्लास च dans la classe, पार्किंग च dans le parking, क्योंकि पार्किंग जो है पुलिंग है। voiture dans le parking, voiture नु प्लूरल कर देने हैं। ते अपना जो सवाल बनेगा वो बनेगा il y a combien de voitures dans le parking, il y a combien de voitures dans le parking। ਤੇ ਇਹ ਤਾਂ ਹੋ ਗਿਆ ਸਵਾਲ ਪੁੱਛਣਾ। ਤੇ ਜੇ ਆਪਾਂ ਜਵਾਬ ਦੇਣਾ ਹੈ ਤਾਂ ਆਪਾਂ ਜਵਾਬ ਦੇ ਸਕਦੇ ਹਾਂ ਕਹਿ ਕੇ il y a 1 2 3 4 5 voitures dans le parking। ਜੇ ਤੁਸੀਂ ਦੱਸਣਾ ਹੈ ਵੀ ਤੁਹਾਡੀ ਫੈਮਿਲੀ 'ਚ ਕਿੰਨੇ ਮੈਂਬਰਸ ਨੇ, ਤੁਸੀਂ ਕਹਿ ਸਕਦੇ ਹੋ il y a 5 membres dans ma famille, il y a 5 membres dans ma famille। ਤਾਂ ਜੀ ਇਹ ਤਾਂ ਸੀਗਾ ਇੱਕ ਤਰੀਕਾ ਯੂਜ਼ ਕਰਨ ਦਾ। ਹੁਣ ਆਪਾਂ ਦੂਜਾ ਤਰੀਕਾ ਵੀ ਸਿੱਖ ਲੈਂਦੇ ਹਾਂ। ਜੇ ਤੁਸੀਂ ਕਿਸੇ ਨੂੰ ਦੱਸਣਾ ਹੋਵੇ ਤੁਹਾਡੇ ਕੋਲ ਕਿੰਨੇ ਰੁਪਏ ਨੇ, ਤਾਂ ਤੁਸੀਂ ਆਪਣੇ ਕੋਲ ਜੋ ਤੁਹਾਡਾ ਪੋਜੈਸ਼ਨ ਹੈ ਉਹਨੂੰ ਦਰਸਾਉਣ ਵਾਸਤੇ ਆਪਾਂ ਫ੍ਰੈਂਚ 'ਚ ਯੂਜ਼ ਕਰਦੇ ਹਾਂ j'ai। ਇਹ ਹੁੰਦਾ ਹੈ verb avoir, j'ai 1 2 3 4 5 6 euros, euros। ਤੁਸੀਂ ਕਹਿ ਸਕਦੇ ਹੋ j'ai 3 euros, j'ai 3 euros, j'ai 3 euros, j'ai 3 euros, j'ai 5 euros। ਹੁਣ ਤੀਜਾ ਐਗਜ਼ਾਮਪਲ ਦੇਖਦੇ ਹਾਂ, ਤੀਜਾ ਉਦਾਹਰਨ। ਮੰਨ ਲਓ ਤੁਸੀਂ ਕਿਸੇ ਨੂੰ ਕੁਝ ਚੀਜ਼ ਦੇ ਰਹੇ ਹੋ, ਤੁਸੀਂ ਕਿਸੇ ਨੂੰ ਕੁਝ ਚੀਜ਼ ਲੈਣ ਲਈ ਐਨਕਰੇਜ ਕਰ ਰਹੇ ਹੋ, ਤੁਸੀਂ ਕਿਸੇ ਨੂੰ ਕੁਝ ਚੀਜ਼ ਵੇਚ ਰਹੇ ਹੋ ਮੰਨ ਲਓ, ਤੇ ਤੁਸੀਂ ਜਾਣਨਾ ਹੈ ਵੀ ਉਹ ਬੰਦੇ ਨੂੰ ਕਿੰਨੀ ਚੀਜ਼ ਚਾਹੀਦੀ ਹੈ, ਤਾਂ ਉਸ ਦੇ ਲਈ ਤੁਸੀਂ ਸਵਾਲ ਪੁੱਛੋਗੇ vous en voulez combien। ਆਪਾਂ ਪਹਿਲਾਂ ਉਚਾਰਨ ਸਿੱਖਾਂਗੇ ਫਿਰ ਲਿਖਣਾ ਸਿੱਖਾਂਗੇ। ਪ੍ਰਸ਼ਨ ਹੈ vous en voulez combien, vous en voulez combien, vous en voulez combien, vous en voulez combien। कोई भी फला फला जो चीज़ है ਤੁਹਾਨੂੰ ਕਿੰਨੀ ਚਾਹੀਦੀ ਹੈ, vous en voulez combien। ਤੇ ਜੋ ਦੂਜਾ ਬੰਦਾ ਹੈ ਉਹ ਆਪਾਂ ਨੂੰ ਆਨਸਰ ਦੇ ਸਕਦਾ ਹੈ, ਉੱਤਰ ਦੇ ਸਕਦਾ ਹੈ
रिपोंस दे सकता है। j'en veux 1 2 3 जो भी जिन्ना भी चाहिए होवे। j'en veux 1, j'en veux 2, j'en veux 3, j'en veux 1, j'en veux 2, j'en veux 3, j'en veux 4, j'en veux 10, j'en veux 3, ਤੇ ਇੱਕ ਆਖਰੀ ਇਸਤੇਮਾਲ ਅੱਜ ਦੇ ਪਾਠ ਵਿੱਚ ਆਪਾਂ ਨੰਬਰਸ ਨੂੰ ਯੂਜ਼ ਕਰ ਸਕਦੇ ਹਾਂ ਆਪਣੀ ਏਜ ਦੱਸਣ ਵਾਸਤੇ, ਉਮਰ ਪੁੱਛਣ ਜਾਂ ਦੱਸਣ ਵਾਸਤੇ। ਆਪਾਂ ਪੁੱਛ ਸਕਦੇ ਹਾਂ, ਜੇ ਉਮਰ ਪੁੱਛਣੀ ਹੈ ਕਿਸੇ ਤੋਂ, vous avez quel âge? vous avez quel âge? ਆਪਾਂ ਪਹਿਲਾਂ ਉਚਾਰਨ ਸਿੱਖਾਂਗੇ, ਫਿਰ ਕਿਵੇਂ ਲਿਖਦੇ ਨੇ ਉਹ ਸਿੱਖਾਂਗੇ। ਉਮਰ ਪੁੱਛਣ ਲਈ vous avez quel âge? vous avez quel âge? ਇਸ ਪ੍ਰਸ਼ਨ ਨੂੰ ਪੁੱਛਣ ਦੇ 2-3 ਤਰੀਕੇ ਨੇ। ਤੁਸੀਂ ਪੁੱਠਾ ਕਰਕੇ ਵੀ ਬੋਲ ਸਕਦੇ ਹੋ, quel âge avez-vous? ਉਹਦਾ ਵੀ ਸੇਮ ਹੀ ਮਤਲਬ ਰਹੇਗਾ, ਇੱਕੋ ਹੀ ਮਤਲਬ ਰਹਿਣਾ ਹੈ, ਮਤਲਬ ਚੇਂਜ ਨਹੀਂ ਹੁੰਦਾ। quel âge avez-vous? vous avez quel âge? ਤੇ ਉੱਤਰ ਆਪਾਂ ਦੇ ਸਕਦੇ ਹਾਂ, j'ai 2 ans, 3 ans, 20 ans, 26 ans, j'ai ਜਿੰਨੀ ਤੁਹਾਡੀ ਉਮਰ ਹੈ, en j'ai ਜਿਵੇਂ ਮੇਰੀ ਉਮਰ ਹੈ 26 ਸਾਲ, ਤਾਂ ਮੈਂ ਕਹੂੰਗਾ j'ai 26 ans, j'ai 26 ans, j'ai 26 ans। ਇੱਕ ਮੈਂ ਤੁਹਾਡੇ ਲਈ ਟੇਬਲ ਪਾ ਦਿੰਦਾ ਹਾਂ ਨੰਬਰਾਂ ਦਾ, ਤਾਂ ਕਿ ਤੁਹਾਨੂੰ ਪੂਰੀ ਰੈਫਰੈਂਸ ਮਿਲ ਸਕੇ। ਲਓ ਜੀ ਤੁਹਾਡਾ ਨੰਬਰਾਂ ਵਾਲਾ ਟੇਬਲ। ਮੈਂ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਲੈਸਨ ਸਮਝ ਆਇਆ ਹੋਵੇਗਾ। ਤੇ ਜੇਕਰ ਤੁਹਾਨੂੰ ਪ੍ਰੋਬਲਮਸ ਹੋਣ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ, ਤੁਸੀਂ ਕਮੈਂਟ ਵਿੱਚ ਆਪਣੇ ਸਵਾਲ ਪਾ ਸਕਦੇ ਹੋ। ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਸਾਡੀ ਇਹੀ ਰਹੇਗੀ ਵੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਤੇ ਤੁਹਾਨੂੰ ਚੀਜ਼ਾਂ ਕਲੀਅਰ ਕੀਤੀਆਂ ਜਾਣ। ਆ ਲਓ ਜੀ ਤੁਹਾਡੇ ਲਈ ਇੱਕ ਟੇਬਲ, ਜਿਹਦੀ ਤੁਸੀਂ ਚਾਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ, ਜਾਂ ਫਿਰ ਜੇ ਹੱਥ ਨਾਲ ਲਿਖੋ ਤਾਂ ਹੋਰ ਵਧੀਆ ਗੱਲ ਹੈ। ਆ ਲਓ ਜੀ, ਤੇ ਆਪਾਂ ਸਿੱਖ ਚੁੱਕੇ ਹਾਂ ਅੱਜ 0 ਤੋਂ ਲੈ ਕੇ 69 ਤੱਕ। ਬਾਕੀ ਦੇ ਜੋ ਨੰਬਰਸ ਨੇ ਆਪਾਂ ਅਗਲੇ ਪਾਠ ਵਿੱਚ ਵੇਖਾਂਗੇ। ਤੇ ਅਗਲੀ ਵਾਰ ਤੱਕ ਬਿਲਕੁਲ ਰਿਵਾਈਜ਼ ਕਰਦੇ ਰਹੋ ਤੁਸੀਂ, ਤੇ ਆਪਾਂ ਜਲਦੀ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।